ਵੱਖ-ਵੱਖ ਸਮਾਜ ਹੈ ਜੋ ਉਹ ਵੱਖ-ਵੱਖ ਸਮੱਸਿਆਵਾਂ ਦੇ ਨਾਲ ਹਮੇਸ਼ਾ ਹੀ ਦੋ ਚਾਰ ਹੁੰਦੇ ਰਹਿੰਦੇ ਨੇ। ਤੇ ਸਾਡੇ ਸਮਾਜ ਜਿਹੜਾ ਹਿੰਦੁਸਤਾਨੀ ਸਮਾਜ ਜਾਂ ਪੰਜਾਬ ਸੁਸਾਇਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਅਸੀਂ ਇੱਕ ਪੱਖ ਜਿਹੜਾ ਡੋਮੈਸਟਿਕ ਵਾਇਲੈਂਸ ਨਾਲ ਸੰਬੰਧਿਤ ਹੈ, ਅੱਜ ਅਸੀਂ ਉਹਦੇ ਤੇ ਗੱਲ ਕਰਾਂਗੇ। ਤੇ ਉਹਦੇ ਤੇ ਗੱਲ ਕਰਨ ਲਈ ਸਾਡੇ ਨਾਲ ਜੋ ਮਾਹਰ ਨੇ ਉਹ ਡਾਕਟਰ ਨੈਨਾ ਸ਼ਰਮਾ ਜੀ ਨੇ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਾਈਕੋਲੋਜੀ ਡਿਪਾਰਟਮੈਂਟ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਨੇ। ਮੈਮ, ਜਿਹੜਾ ਅਸੀਂ ਪਹਿਲਾਂ ਤੁਹਾਡੇ ਤੋਂ ਪੱਖ ਰੱਖਾਂਗੇ ਕਿ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਇਸ਼ੂ ਹੈ ਔਰ ਖਾਸ ਕਰਕੇ ਇਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹੀ ਜ਼ਿਆਦਾ ਸਫਰ ਕਰਨਾ ਪੈਂਦਾ ਹੈਗਾ, ਤੇ ਤੁਸੀਂ ਇਸ ਨੂੰ ਡੋਮੈਸਟਿਕ ਵਾਇਲੈਂਸ ਨੂੰ ਹੋਲ ਦੇ ਤੌਰ ਤੇ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਕਿਉਂ ਇਹ ਵਾਪਰਦੀਆਂ ਨੇ ਇਸ ਤਰ੍ਹਾਂ, ਜਾਂ ਕੀ ਕਾਰਨ ਰਹਿੰਦੇ ਨੇ ਇਹਦੇ? देखो, पहला तो जे असी इसका देखिए कि डोमेस्टिक वायलेंस की सिर्फ पंजाब च ही है तो मैं ये निगेट करांगी कि नहीं, ये ऑल परवेसिव है। ये ग्लोबल एक वड्डा मुद्दा है, चाहे वो बहुत डिवेलप्ड नेशंस ने आंकड़े दसते हैं कि डोमेस्टिक वायलेंस उत्थे भी है। सो जेड़ा कि वर्ल्ड हेल्थ ऑर्गेनाइजेशन का भी डेटा है, वो कहते हैं कि वो दस रहा है कि 3 तो बाद एक औरत, one woman after 3 women, they go through some form of domestic violence in their life। मतलब 1/3 वुमेन दुनिया ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਬਿਲਕੁਲ, ਔਰ ਬਹੁਤ ਡਿਵੈਲਪਡ ਕੰਟਰੀਜ਼ ਦਾ ਵੀ। ਤੇ ਇਹਦੇ ਵਿੱਚ ਕੋਈ ਜੈਂਡਰ ਏਜ ਚਾਹੇ ਹੋ ਜਾਵੇ, ਉਮਰ ਹੋ ਜਾਵੇ, ਉਹਨਾਂ ਦੀ ਐਥਨੀਸਿਟੀ, ਕੋਈ ਰੇਸ, ਇਹ ਇਰਰਿਸਪੈਕਟਿਵ ਹੈ। ਇਹ ਮਤਲਬ ਕਿਤੇ ਨਾ ਕਿਤੇ ਕੋਈ ਧਰਮ ਹੋਵੇ, ਕੋਈ ਰੇਸ ਹੋਵੇ, ਔਰ ਕਿਸੇ ਮਰਜ਼ੀ ਰੀਜਨ, ਚਾਹੇ ਯੂਰਪੀਅਨ ਕੰਟਰੀ ਹੋਣ, ਚਾਹੇ ਏਸ਼ੀਆ ਹੋਵੇ, ਅਫਰੀਕਾ ਹੋਵੇ, 1/3 ਓਵਰਆਲ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਡੋਮੈਸਟਿਕ ਵਾਇਲੈਂਸ ਦੀ ਪੀੜ ਸਹਿੰਦੀਆਂ ਨੇ। ਸੋ ਇਹਦੇ ਵਿੱਚ ਫਰਦਰ ਤੁਸੀਂ ਜੇ ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਲਾਕਡਾਊਨ ਦੇ ਵਿੱਚ ਦੇਖ ਲਓ, ਇਸ ਨੂੰ ਡੋਮੈਸਟਿਕ ਵਾਇਲੈਂਸ ਨੂੰ ਇੱਕ ਸ਼ੈਡੋ ਪੈਂਡੈਮਿਕ ਦਾ ਨਾਮ ਦਿੱਤਾ ਗਿਆ ਸੀ, ਬਿਕੋਜ਼ ਉਦੋਂ ਸਾਹਮਣੇ ਆਇਆ ਸੀਗਾ ਕਿ ਜਦੋਂ ਔਰਤਾਂ ਤੇ ਆਦਮੀ ਇਕੱਲੇ ਘਰ ਦੇ ਵਿੱਚ ਸੀਗੇ ਤਾਂ ਸਭ ਤੋਂ ਜ਼ਿਆਦਾ ਪ੍ਰਤਾੜਿਤ ਔਰਤਾਂ ਹੋਈਆਂ ਸੀਗੀਆਂ। ਸੋ ਇਹ ਵਰਲਡ ਦਾ ਹੀ ਡੇਟਾ ਹੈ, ਇਹ ਖਾਲੀ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹੈ। ਤੇ ਇਹਦੇ ਕਾਰਨ ਤੁਸੀਂ ਕੀ ਦੇਖਦੇ ਹੋ? ਜਿਵੇਂ ਮਤਲਬ ਵੀ ਅਸੀਂ ਇਹਨੂੰ, ਤੁਸੀਂ ਕਿਹਾ ਹੈਗਾ ਪੰਜਾਬ ਦਾ ਨਹੀਂ ਹੈ, ਹਿੰਦੁਸਤਾਨ ਦਾ ਨਹੀਂ ਹੈ, ਮਤਲਬ ਇਹ ਤਾਂ ਮਨੁੱਖ ਦੇ ਸੁਭਾਅ 'ਚ ਹੀ ਆਪਾਂ ਕਹਿ ਲਈਏ ਵੀ ਕਿ ਬੰਦੇ ਹੋਣ ਦੇ ਸੁਭਾਅ 'ਚ ਹੀ ਇਹ ਪਈ ਹੈ ਕਿ ਉਹਨੇ ਔਰਤ ਨੂੰ ਜਿਸ ਤਰ੍ਹਾਂ 1/3 ਤੇ ਲਾਰਜ ਨੰਬਰ ਔਰ ਸ਼ੌਕਿੰਗ ਨੰਬਰ ਵੀ ਹੈ। ਤਾਂ ਤੁਹਾਨੂੰ ਕੀ ਲੱਗਦਾ ਵੀ ਇਹਦੇ ਕੀ ਕਾਰਨ ਰਹਿੰਦੇ ਨੇ? ਕਿਉਂ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਵੀ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਹੈ, ਜਾਂ ਜਿਹੜਾ ਜਿੱਥੇ ਲਿਟਰੇਸੀ ਰੇਟ ਬਹੁਤ ਹਾਈ ਆ ਉੱਥੇ ਵੀ ਹੈ, ਮੈਟਰੋ ਸਿਟੀਜ਼ ਦੇ ਵਿੱਚ ਵੀ ਹੈ, ਤਾਂ ਇਹਦੇ ਕੀ ਕਾਰਨ ਰਹਿੰਦੇ ਨੇ ਵੀ ਫਿਰ ਵੀ ਅਸੀਂ ਇਹਨੂੰ ਘਟਾ ਕਿਉਂ ਨਹੀਂ ਸਕਦੇ? ਡਾਕਟਰ ਗੁਰਪ੍ਰੀਤ, ਇਹਦਾ ਰੀਜ਼ਨ ਬਹੁਤ ਸਾਰੇ ਹੈਗੇ ਨੇ ਜਿਹੜੇ ਕਿ ਸਾਈਕੋ ਸੋਸ਼ਲ ਰੀਜ਼ਨ ਨੇ, ਮਨੋ ਸਮਾਜਿਕ ਕਾਰਨ ਇਸ ਦਾ ਅਸੀਂ ਲੈ ਕੇ ਚੱਲਦੇ ਹਾਂ। ਸਭ ਤੋਂ ਵੱਡਾ ਤੇ ਰੀਜ਼ਨ ਹੈਗਾ ਕਿ ਇੱਕ ਅਸੀਂ ਜਿਸ ਸੁਸਾਇਟੀ ਦੇ ਵਿੱਚ ਸਾਡਾ ਪਾਲਣ ਪੋਸ਼ਣ ਜਾਂ ਇੱਕ ਉਹ ਹੋ ਰਿਹਾ ਹੈ, ਉਹ ਇੱਕ ਕੰਟਰੋਲ ਫਰੀਕ ਸੁਸਾਇਟੀ ਹੈਗੀ ਹੈ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਹਰ ਇੱਕ ਬੰਦੇ ਦੀ, ਹਰ ਇੱਕ ਅਹੁਦੇ ਤੇ ਵੀ ਆ ਕੇ ਇੱਕ ਉਹਨੂੰ ਲੱਗਦਾ ਹੈ ਕਿ ਮੇਰਾ ਪ੍ਰੋਪਰ ਕੰਟਰੋਲ ਹੋਵੇ। ਸੋ ਉਹ ਕੰਟਰੋਲ ਐਗਜ਼ਰਟ ਕਰਨ ਦੇ ਵਾਸਤੇ ਉਹ ਇਸ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਦਾ ਇੱਕ ਮੋਡ ਜਿਹੜਾ ਹੈਗਾ ਉਹ ਅਪਣਾਉਂਦਾ ਹੈ। ਤੇ ਬਹੁਤ ਸਾਰੇ ਇਸੇ ਹੋਰ ਕਾਰਨ ਨੇ, ਜਿਵੇਂ ਕਿ ਪੈਟਰੀਆਰਕਲ ਸਿਸਟਮ ਹੈਗਾ ਕਿ ਜਿਹੜੀ ਸ਼ੁਰੂ ਤੋਂ ਹੀ ਅਸੀਂ ਇੱਕ ਮੁੰਡਿਆਂ ਨੂੰ ਪਰਵਰਿਸ਼ ਦੇ ਤੌਰ ਦੇ ਉੱਤੇ ਦਿੰਨੇ ਆ ਕਿ ਉਹਦੇ ਵਿੱਚ ਇਹ ਕਹਿ ਦਿੰਨੇ ਆ ਕਿ ਤੂੰ ਤੇ ਮੁੰਡਾ ਹੈ, ਤੂੰ ਥੋੜਾ ਟੋਲਰੇਟ ਕਰੇਗਾ ਤੇ ਘਰ ਵਾਲੀ ਆ ਕੇ ਖਾਣਾ ਬਣਾਉਗੀ। ਹੁਣ ਇਹ ਜਿਹੜਾ ਚੇਂਜ ਇਹ ਹੋ ਰਿਹਾ ਹੈਗਾ ਕਿ ਹੁਣ ਵੀ ਇਹ ਡੇਟਾ ਕਹਿ ਰਿਹਾ ਹੈ ਕਿ ਜਿਹੜੀਆਂ ਰਿਪੋਰਟ ਕਰ ਰਹੀਆਂ ਨੇ ਉਹ ਵੀ ਹਾਲੇ ਬਹੁਤ ਘੱਟ ਨੰਬਰ ਹੈ ਜਿਹੜੀਆਂ ਰਿਪੋਰਟ ਕਰਦੀਆਂ ਨੇ ਡੋਮੈਸਟਿਕ ਵਾਇਲੈਂਸ। 1/3 ਕੇਸ ਹੈ ਵੀ ਰਿਪੋਰਟਿੰਗ ਕੇਸਿਸ ਦੇ ਵਿੱਚ। ਹਾਂਜੀ, ਔਰ ਉਹ ਵੀ ਉਹ ਕੇਸਿਸ ਸਾਹਮਣੇ ਆਉਂਦੇ ਨੇ ਜਿਹੜੇ ਕਿ ਅਸੀਂ ਫਿਜ਼ੀਕਲ ਵਾਇਲੈਂਸ ਨੂੰ ਅਸੀਂ ਕਹਿ ਰਹੇ ਹਾਂ, ਬੈਟਰਿੰਗ, ਮੈਂਟਲ ਵਾਇਲੈਂਸ ਨੂੰ ਤਾਂ ਜੋ ਮਤਲਬ ਮਹਿਸੂਸ ਹੀ ਨਹੀਂ ਜਾ ਰਿਹਾ, ਕੰਸਰਨ ਹੀ ਨਹੀਂ ਹੈ, ਕਿਉਂਕਿ ਵਾਇਲੈਂਸ ਜਿਹੜੀ ਹੈਗੀ ਹੈ ਉਹ ਤੁਹਾਡੀ ਫਾਈਨੈਂਸ਼ੀਅਲ ਉਹਦੇ ਅੰਡਰ ਵੀ ਆਉਂਦੀ ਹੈ। ਤੁਸੀਂ ਇਕਨੋਮਿਕਲੀ ਕਿਸੇ ਨੂੰ ਡਿਪਰਾਈਵ ਕਰਕੇ ਰੱਖੋ ਜਾਂ ਉਹਨੂੰ ਫਰੀडम ਨਾ ਦਿਓ ਆਪਣੀ ਸੈਲਰੀ ਨੂੰ ਖਰਚ ਕਰਨ ਦਾ, ਉਹ ਵੀ ਇੱਕ ਤਰ੍ਹਾਂ ਦੀ ਵਾਇਲੈਂਸ ਹੈ। ਕਿਸੇ ਨੂੰ ਬਾਰ-ਬਾਰ ਤਾਨੇ ਦਿਓ, ਡਿਸਕ੍ਰਿਮੀਨੇਟ ਕਰੋ, ਉਹ ਉਸਨੂੰ ਇੱਕ ਜਿਹੜਾ ਉਹ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਇੱਕ ਸਟੇਟਸ ਉਸਨੂੰ ਮਿਲਣਾ ਚਾਹੀਦਾ ਔਰਤ ਨੂੰ, ਉਹ ਨਹੀਂ ਦਿੱਤਾ ਜਾਂਦਾ, ਉਹ ਇੱਕ ਤਰ੍ਹਾਂ ਦਾ ਇਮੋਸ਼ਨਲ ਅਬਿਊਜ਼ ਹੈ ਉਸਦਾ। ਸੋ ਤੁਹਾਨੂੰ ਵੀ ਪਤਾ ਹੈ ਕਿ ਇਹ ਸੈਕਸ਼ੂਅਲ ਅਬਿਊਜ਼ ਹੈ, ਚਾਹੇ ਉਹ ਇੱਕ ਘਰ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਹੀ ਹੈ, ਉਹ ਅਬਿਊਜ਼ ਇਹ ਜਿਹੜੇ ਹਜੇ ਤੇ ਰਿਪੋਰਟਡ ਹੀ ਨਹੀਂ ਮਤਲਬ ਪਤਾ ਹੀ ਨਹੀਂ ਹੈ ਉਹਨਾਂ ਨੂੰ, ਕਿਉਂਕਿ ਔਰਤਾਂ ਵੀ ਤਾਂ ਉਸੇ ਸੁਸਾਇਟੀ, ਉਸੇ ਕਲਚਰ 'ਚ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਤੇ ਉਹ ਕਿਤੇ ਨਾ ਕਿਤੇ ਆਪਣੀ ਇਸ ਨੂੰ ਉਹ ਡਿਊਟੀ ਬਾਉਂਡ ਹੋ ਕੇ ਮੰਨ ਲੈਂਦੀਆਂ ਨੇ, ਇਸ ਨੂੰ ਉਹਨਾਂ ਨੂੰ ਵਾਇਲੇਸ਼ਨ ਲੱਗਦੀ ਹੀ ਨਹੀਂ ਹੈ। ਮੈਂ ਇੱਕ ਛੋਟਾ ਜਿਹਾ ਰਿਸਰਚ ਪੇਪਰ ਕੀਤਾ ਸੀਗਾ ਇੱਥੇ, ਇਹ ਕੀਤਾ ਸੀਗਾ ਸ਼ੇਖਪੁਰਾ ਦੇ ਵਿੱਚ ਹੀ, ਤੇ ਉਹਦੇ ਵਿੱਚ ਸੀਗਾ ਕਿ ਮੈਂ 50 ਵਿਮਨ ਦਾ ਡੇਟਾ ਲਿਆ ਸੀਗਾ ਜਿਹੜੀਆਂ ਕਿ ਉਹ ਡੋਮੈਸਟਿਕ ਵਾਇਲੈਂਸ ਦੇ ਥਰੂ ਆਈਡੈਂਟੀਫਾਈ ਹੋਈਆਂ ਸੀਗੀਆਂ ਕਿ ਇਹਨਾਂ ਨੂੰ ਕਿਸੇ ਫਾਰਮ ਦੀ, ਔਰ ਉਹ ਵੀ ਫਿਜ਼ੀਕਲ, ਜਿਨ੍ਹਾਂ ਨੇ ਕੀਤਾ ਕਿ ਸਾਨੂੰ ਫਿਜ਼ੀਕਲ
ਡੋਮੈਸਟਿਕ ਵਾਇਲੈਂਸ ਅਸੀਂ ਸਹਿਨੇ ਆ ਤੇ ਪੁੱਛਿਆ ਕਿ ਕੀ ਕਰਦੇ ਹੋ ਫਿਰ, ਕਹਿੰਦੇ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਇਹ ਤੇ ਚੱਲਦਾ ਹੀ ਰਹਿੰਦਾ ਹੈ, ਸਾਡੀਆਂ ਮਾਵਾਂ ਦੇ ਨਾਲ ਵੀ ਇਦਾਂ ਹੀ ਹੁੰਦਾ ਸੀਗਾ ਤੇ ਸਾਡੇ ਨਾਲ ਵੀ ਹੁੰਦਾ ਹੈ। ਸੋ ਇਹ ਇੱਕ ਤਰ੍ਹਾਂ ਦੀ ਉਹਨਾਂ ਦੀ ਕੰਡੀਸ਼ਨਿੰਗ ਵੀ ਹੋਈ, ਜ਼ਿੰਦਗੀ ਦਾ ਹਿੱਸਾ ਬਣਾ ਲਿਆ ਉਹਨਾਂ ਨੇ, ਐਕਸੈਪਟ ਕਰ ਲਿਆ ਆਪਣੇ ਹਾਲਾਤਾਂ ਹਾਂ ਕਿ ਇਹੀ ਰਹੇਗਾ, ਜ਼ਰੂਰੀ ਨਹੀਂ ਸਮਝਦੇ ਹੋ। ਹਾਂਜੀ, ਔਰ ਉਹ ਬੰਦੇ ਨੂੰ ਕਿਤੇ ਇਸ ਚੀਜ਼ ਦਾ ਰਾਈਟ ਹੀ ਦੇ ਹੀ ਬੈਠੇ ਨੇ ਉਹ। ਹਾਂ, ਇਹ ਵੀ ਦਿੱਤਾ ਹੋਇਆ, ਨਾਲੇ ਫਰਦਰ ਇਹ ਜਿਹੜਾ ਹੈਗੀ ਨਾ ਸਾਡੀ ਇਕਨੋਮਿਕ ਡਿਪੈਂਡੈਂਸ, ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਚਲ ਆਦਮੀ ਹੈ, ਮੈਂ ਇਕਨੋਮਿਕਲੀ ਥੋੜਾ ਇਹਦੇ ਨਾਲ ਰਹਿ ਕੇ, ਕਿ ਚਲੋ ਜੇ ਕੁੱਟਦਾ ਮਾਰਦਾ ਵੀ ਹੈ ਪਰ ਰਹਿਣਾ ਇਹਦੇ ਨਾਲ ਹੀ ਹੈ ਨਾ, ਕਿ ਉਹ ਇਕਨੋਮਿਕ ਡਿਪੈਂਡੈਂਸ ਵੀ ਹੈ ਉਹਦੀ। ਔਰ ਇੱਕ ਸਾਡਾ ਜਿਹੜਾ ਸੋਸ਼ਲ ਸਿਸਟਮ ਹੈ ਨਾ, ਉਹ ਇਹ ਕਹਿੰਦਾ ਹੈ ਕਿ ਚਾਹੇ ਤੁਸੀਂ ਜਿੰਨਾ ਮਰਜ਼ੀ ਤਣਾਅ ਬਰਦਾਸ਼ਤ ਕਰ ਲਓ ਜਾਂ ਜਿੰਨੀ ਮਰਜ਼ੀ ਤੁਸੀਂ ਘਰ ਦੇ ਅੰਦਰ ਘਰੇਲੂ ਹਿੰਸਾ ਬਰਦਾਸ਼ਤ ਕਰ ਲਓ, ਲੇਕਿਨ ਸਾਨੂੰ ਸਮਾਜ ਉਸ ਦੀ ਪਰਮਿਸ਼ਨ ਹਜੇ ਵੀ ਨਹੀਂ ਦਿੰਦਾ ਕਿ ਇੱਕ ਔਰਤ ਨੂੰ ਕਿ ਉਹ ਇਸ ਚੀਜ਼ ਦੇ ਵਿਰੁੱਧ ਖੜੀ ਹੋ ਕੇ ਆਪਣਾ ਇੱਕ ਡਿਸੀਜਨ ਲੈਂਦੀ। ਜਿਹੜੀ ਔਰਤ ਇਸ ਚੀਜ਼ ਦਾ ਡਿਸੀਜਨ ਲੈਂਦੀ ਹੈ ਕਿ ਹਾਂ, ਚਾਹੇ ਉਹ ਬੰਦੇ ਦੀ ਮੈਂਟਲ ਹੈਲਥ ਇਸ਼ੂ ਹੋਵੇ ਜਿਹੜਾ ਉਹਨੂੰ ਕੁੱਟਦਾ ਮਾਰਦਾ ਹੈ ਲਗਾਤਾਰ ਸਾਲੋਂ ਸਾਲ, ਪਰ ਉਹ ਤਲਾਕ ਵੱਲ ਨਹੀਂ ਜਾ ਸਕਦੀ, ਸੈਪਰੇਟ ਹੋ ਕੇ ਨਹੀਂ ਰਹਿ ਸਕਦੀ, ਉਹਦੇ ਵਿੱਚ ਤੇ ਉਸਦੇ ਈਵਨ ਔਰਤਾਂ ਦੇ ਮੇਰੇ ਕੋਲ ਕਾਉਂਸਲਿੰਗ ਦੇ ਕੇਸ ਆਉਂਦੇ ਨੇ, ਪੜ੍ਹੀ ਲਿਖੀ ਔਰਤ ਬੈਂਕ ਦੇ ਵਿੱਚ ਲੱਗੀ ਹੋਈ ਹੈ ਤੇ ਉਹਨੂੰ ਲਗਾਤਾਰ ਕਿੰਨੇ ਸਾਲਾਂ ਤੋਂ ਉਸਦਾ ਆਦਮੀ ਫਿਜ਼ੀਕਲ ਔਰ ਇਮੋਸ਼ਨਲ ਅਬਿਊਜ਼ ਦੋਵੇਂ ਤਰ੍ਹਾਂ ਨਾਲ ਕਰ ਰਿਹਾ ਹੈ, ਪਰ ਉਹ ਕਹਿੰਦੀ ਕਿ ਮੇਰੇ ਫਾਦਰ ਕਹਿੰਦੇ ਨੇ ਚਾਹੇ ਕੁਝ ਵੀ ਹੋ ਜਾਵੇ ਕਿ ਤੂੰ ਉੱਥੇ ਹੀ ਰਹਿਣਾ ਹੈ। So she is going through that kind of chronic pain ਜਿਹੜੀ ਇੱਕ ਹੋ ਜਾਂਦੀ ਹੈ, ਜਿਸ ਘਰ ਤੇਰੀ ਡੋਲੀ ਗਈ ਉੱਥੋਂ ਅਰਥੀ ਉਹ ਜਿਹੜੀ ਮਤਲਬ ਉਹ ਕਨਸੈਪਟ ਹੈਗਾ, ਉਹ ਕਨਸੈਪਟ ਦੇ ਨਾਲ। ਤੇ ਇੱਕ ਇਹਦੇ ਨਾਲ ਮੈਮ ਤੁਹਾਡੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਇਨਸੀਡੈਂਟ ਵਾਪਰਿਆ ਕਿ ਸਾਡੇ 2 ਵਾਰ ਦੇ ਐਮਐਲਏ ਰਹੀ ਲੇਡੀ ਹੈ ਜੋ, ਉਹਦੇ ਹਸਬੰਡ ਨੇ ਮਤਲਬ ਉਹਦੀ ਘਰਾਂ ਦੇ ਵਿੱਚ ਹੀ ਲੱਗੇ ਕੈਮਰੇ ਤੋਂ, ਵੈਬਕੈਮ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਸ ਦੇ ਉੱਤੇ ਵੀ ਜਿਹੜਾ ਅੱਜ ਦੀ ਨਿਊਜ਼ਪੇਪਰ ਦੀ ਵੀ ਰਿਪੋਰਟਿੰਗ ਹੈ ਕਿ ਵਿਮਨ ਕਮਿਸ਼ਨ ਕੋਲ ਵੀ ਉਹ ਕੋਈ ਇਸ ਤਰ੍ਹਾਂ ਦੀ ਰਿਪੋਰਟਿੰਗ ਨਹੀਂ, ਉਹਨਾਂ ਨੇ ਵੀ ਜਿਹੜਾ ਲਿਆ ਹੈਗਾ ਸੂ ਮੋਟੋ ਐਕਸ਼ਨ ਲਿਆ ਹੈਗਾ। ਤੇ ਤੁਸੀਂ ਇਸ ਤਰ੍ਹਾਂ ਜਿਹੜੀ ਇਕਨੋਮਿਕਲੀ ਵੀ ਵੈਲ ਟੂ ਡੂ ਹੈ, ਪੋਲੀਟੀਕਲੀ ਵੀ ਐਕਟਿਵ ਹੈ, 2 ਵਾਰ ਐਮਐਲਏ ਰਹੀ ਹੈ ਲੇਡੀ, ਉਹਦੇ ਨਾਲ ਵੀ ਇਸ ਤਰ੍ਹਾਂ ਪੰਜਾਬ ਦੀ ਸੋਸਾਇਟੀ ਦੇ ਵਿੱਚ, ਤੇ ਉਹ ਵੀ ਉਦੋਂ ਜਦੋਂ ਉਸਦੀ ਖੁਦ ਦੀ ਪਾਰਟੀ ਦੀ ਸਰਕਾਰ ਵੀ ਹੈ ਉਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਔਰ ਉਹ ਵਾਇਰਲ ਵੀ ਹੋ ਜਾਂਦੀਆਂ ਨੇ। ਤੇ ਮਤਲਬ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸਭ ਨੂੰ ਆਪਣਾ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੇ ਇਹ ਕਿ ਇਹ ਵਾਇਰਲ ਹੋਣੀ ਚਾਹੀਦੀ ਹੈ। ਇਹ ਉਹਦਾ ਇੱਕ ਔਰਤ ਦਾ, ਇੱਕ ਫੈਮਿਲੀ ਦਾ ਨਿੱਜੀ ਉਸ ਦਾ ਇੱਕ ਹੈਗੀ ਹੈ, ਘਰ ਦੀ ਵੀਡੀਓ ਹੈ, ਹਾਂ ਘਰ ਦੀ ਵੀਡੀਓ ਹੈ, ਕਿ ਇਹ ਵਾਇਰਲ ਕਰਕੇ ਇਹਦੇ ਓਪੀਨੀਅਨ ਲੈਣੇ ਪਬਲਿਕ, ਇਹ ਬਹੁਤ ਗਲਤ ਹੈ। ਤੇ ਜੇ ਤੁਸੀਂ ਵੀਡੀਓ ਵੀ ਦੇਖਦੇ ਹੋ, ਮੈਨੂੰ ਇਹ ਲੱਗ ਰਿਹਾ ਹੈ ਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਸਮਝੌਤੇ ਵਾਲੀ ਹੋਈ ਗੱਲ ਹੈ। ਬੜੇ ਸਾਰੇ ਬੰਦੇ ਨੇ, ਕੀ ਪਤਾ ਕੋਈ ਵੀ ਇਸ਼ੂ ਹੋ ਸਕਦਾ ਘਰ ਪਰਿਵਾਰ ਦਾ, ਤੇ ਉਹਦੇ ਵਿੱਚ ਉਹ ਆਪਸ ਦੇ ਵਿੱਚ ਗੱਲ ਕਰ ਰਹੇ ਨੇ 2 ਪਰਿਵਾਰ, ਤੇ ਇਹ ਇੰਨਾ ਜਿਹੜਾ ਕਲਿੱਪ ਵਾਇਰਲ ਹੋਇਆ ਹੈ, ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਲੌਂਗ ਟਰਮ ਜਿਹੜੀਆਂ ਰੈਪਰਕਸ਼ਨਸ ਨੇ ਇੱਕ ਔਰਤ ਦੇ ਰਿਲੇਟਡ, ਕਿ ਉਹਨੂੰ ਇਸ ਤਰ੍ਹਾਂ ਪਬਲਿਕ ਡੋਮੇਨ ਦੇ ਵਿੱਚ ਸਾਨੂੰ ਨਹੀਂ ਲਿਆਉਣਾ। ਹੋਰ ਉਲਝ ਜਾਂਦੇ ਹਾਂ, ਕਿ ਉਹ ਤੁਸੀਂ ਇੱਕ ਪ੍ਰੋਪਰ ਜਿਹੜਾ ਉਸ ਦਾ ਡੈਕੋਰਮ ਹੈ, ਸਾਨੂੰ ਉਹਦੀ ਪ੍ਰਾਈਵੇਸੀ ਨੂੰ ਜ਼ਰੂਰ ਰਿਸਪੈਕਟ ਕਰਨੀ ਚਾਹੀਦੀ ਹੈ। ਉਹ ਚਾਹੇ ਮੀਡੀਆ ਰਿਲੇਟਡ ਹੈ, ਲੋਕਾਂ ਦੇ ਰਿਲੇਟਡ ਹੈ, ਕਿ ਇੱਕ ਤੇ ਅਗਲਾ ਵੈਸੇ ਕੋਈ ਤਣਾਅ ਦੇ ਵਿੱਚ ਹੈ ਨਾ, ਇੱਕ ਵੈਸੇ ਕੋਈ ਸਟਰਗਲ ਜਾਂ ਕੋਈ ਉਹਦੀ ਕੋਈ ਦੁੱਖ, ਕੋਈ ਪੇਨ ਦੇ ਵਿੱਚ ਹੈ, ਤੇ ਅਸੀਂ ਇਸ ਤਰ੍ਹਾਂ ਦੇ ਨਿੱਜੀ ਜਿਹੜੇ ਉਸ ਦੇ ਪਰਿਵਾਰਿਕ ਵੀਡੀਓ ਨੇ, ਅਸੀਂ ਉਸ ਨੂੰ ਵਾਇਰਲ ਕਿਸ ਉਸ ਦੇ ਅਧੀਨ ਕਰ ਰਹੇ ਹਾਂ। ਇੱਕ ਬਹੁਤ ਵੱਡਾ ਇਸ਼ੂ ਹੈ ਔਰ ਉਸ ਤੇ ਸਿਰਫ ਔਰਤ, ਉਸ ਘਰ ਪਰਿਵਾਰ ਨਹੀਂ, ਉਹਦੇ ਨਾਲ ਉਹਦੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਕੀ ਪ੍ਰਭਾਵ ਹੋਏਗਾ। ਤੇ ਮੈਮ ਇਹ ਜੋ ਮੈਂ ਤੁਸੀਂ ਦੱਸ ਰਹੇ ਵੀ ਆਲ ਓਵਰ ਵਰਲਡ ਇਹ ਚੱਲ ਰਿਹਾ, ਅਸੀਂ ਇਸ ਨੂੰ ਘਟਾਉਣ ਲਈ, ਇਸ ਨੂੰ ਟੈਕਲ ਕਰਨ ਲਈ, ਅਸੀਂ ਜੇ ਅਸੀਂ ਪੰਜਾਬ ਦੇ ਵਿੱਚ ਹੀ ਲਈਏ ਜਾਂ ਅਸੀਂ ਇੰਡੀਆ ਦੇ ਵਿੱਚ ਹੀ ਲਈਏ ਲੀਗਲ ਤੌਰ ਤੇ, ਜਾਂ ਤੁਸੀਂ ਮਨੋਵਿਗਿਆਨ ਦੇ ਮਾਹਰ ਹੋ, ਤਾਂ ਅਸੀਂ ਕਿਸ ਤਰ੍ਹਾਂ ਦੇ ਸੋਲੂਸ਼ਨ ਕੀ ਹੋ ਸਕਦੇ ਨੇ? ਅਸੀਂ ਸੋਸਾਇਟੀ ਇਸ ਨਾਲ ਕਿਵੇਂ ਲੜ ਸਕਦੀ ਹੈ, ਇਹਨੂੰ ਕਿਵੇਂ ਖਤਮ ਕਰ ਸਕਦੇ ਹਾਂ? ਇਹ ਬਹੁਤ ਅਹਿਮ ਕੁਐਸਚਨ ਤੁਸੀਂ ਪੁੱਛਿਆ ਹੈ ਕਿ ਪਹਿਲਾਂ ਤਾਂ ਸਾਨੂੰ ਇਹ ਲੱਭਣਾ ਪਏਗਾ ਕਿ ਇਹਦੇ ਕਾਰਨ ਕਿਹੜੇ ਨੇ। ਸੋ ਉਹਨਾਂ ਕਾਰਨਾਂ ਦੇ ਵਿੱਚ ਜਿਹੜਾ ਵੱਡਾ ਇੱਕ ਮਨੋਵਿਗਿਆਨਿਕ ਕਾਰਨ ਆਉਂਦਾ ਹੈ, ਉਹਨਾਂ ਦਾ ਪਰਸਨੈਲਿਟੀ ਡਿਸਆਰਡਰ ਵੀ ਆਉਂਦਾ ਹੈ, ਕਿ ਜਿਵੇਂ ਇੱਕ ਇਨਸਾਨ ਨੂੰ ਆਪਣੇ ਆਪ 'ਚ ਨਹੀਂ ਪਤਾ ਹੁੰਦਾ ਕਿ ਉਹਦੀ ਨਾਰਸਿਸਟਿਕ ਪਰਸਨੈਲਿਟੀ ਹੈ। ਬਹੁਤ ਸਾਰੀ ਰਿਸਰਚ ਇਹ ਦੱਸਦੀ ਹੈ ਕਿ ਜਿਹੜੇ ਨਾਰਸਿਸਟਿਕ ਕਾਈਂਡ ਆਫ ਜਿਹੜੇ ਬੰਦੇ ਹੁੰਦੇ ਨੇ, ਉਹ ਆਪਣੀਆਂ ਔਰਤਾਂ ਨੂੰ ਇਹ ਸੋਚਦੇ ਨੇ ਕਿ ਇਹ ਪਰਫੈਕਟ ਹੋਵੇ, ਕਿ ਮੈਂ ਨਾਰਸਿਸਟ ਸ਼ਬਦ ਨੂੰ ਵੀ ਥੋੜਾ ਜਿਹਾ ਡਿਫਾਈਨ ਕਰ ਦੋ ਵੀ ਨਾਰਸਿਸਟ ਉਹ ਕਿਸ ਤਰ੍ਹਾਂ। ਹਾਂਜੀ, ਨਾਰਸਿਸਟ ਉਸ ਤਰ੍ਹਾਂ ਦੇ ਹੁੰਦੇ ਨੇ ਡਾਕਟਰ ਗੁਰਪ੍ਰੀਤ, ਜਿਹੜੇ ਉਹ ਇਹ ਸੋਚਦੇ ਨੇ ਕਿ ਮੈਂ ਬਹੁਤ ਪਰਫੈਕਟ ਹਾਂ, ਕਿ ਸਾਰਾ ਵਰਲਡ, ਸਾਰੀ ਦੁਨੀਆ ਮੇਰੇ ਆਲੇ ਦੁਆਲੇ ਚੱਲਦੀ ਹੈ, ਔਰ ਆਪਣੇ ਆਪ ਨੂੰ ਗ੍ਰੈਂਡਿਓਰ, ਬਹੁਤ ਵੱਧ ਚੜ ਕੇ ਆਪਣੇ ਆਪ ਨੂੰ ਦੱਸਣਾ, ਉਹ ਇੱਕ ਨਾਰਸਿਸਟਿਕ ਪਰਸਨੈਲਿਟੀ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਖਸੀਅਤ ਦੇ ਮਾਲਿਕ ਹੁੰਦੇ ਨੇ, ਉਹ ਇਹੀ ਸੋਚਦੇ ਨੇ ਕਿ ਉਹਨੂੰ ਬਾਰ-ਬਾਰ ਕਹਿਣਗੇ ਕਿ ਤੂੰ ਹੋਰ ਵਧੀਆ ਬਣ ਕੇ ਦਿਖਾ, ਉਹਦੇ ਹਰ ਕੱਪੜਿਆਂ ਦੇ ਈਵਨ ਚੋਇਸਸ ਦੇ ਉੱਤੇ ਵੀ ਉਹਨਾਂ ਨੂੰ
ਕੁਐਸਚਨੇਬਲ ਹੁੰਦਾ ਹੈ ਕਿ ਤੂੰ ਆ ਪਾ, ਤੂੰ ਉਹਨੂੰ ਪੁੱਛ, ਉਹ ਫਲਾਨਾ ਖਾਣਾ ਜ਼ਿਆਦਾ ਅੱਛਾ ਬਣਾਉਂਦਾ ਹੈ, ਤੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ। ਇਹ ਤਰ੍ਹਾਂ ਦੇ ਨਾਰਸਿਸਟਿਕ ਨੇ ਜਿਹਦੇ ਨਾਲ ਇੱਕ ਘਰਾਂ ਦੇ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਦੂਜੀ ਹੁੰਦੀ ਹੈ ਪੈਰਾਨੋਇਡ ਪਰਸਨੈਲਿਟੀ, ਜਿਹੜੇ ਕਿ ਸ਼ੱਕੀ ਮਿਜਾਜ ਦੇ ਹੁੰਦੇ ਨੇ। ਸ਼ੱਕੀ ਮਿਜਾਜ, ਉਹ ਬਾਰ-ਬਾਰ ਛੋਟੀ ਛੋਟੀ ਗੱਲ ਦੇ ਉੱਤੇ ਸਟਾਕਿੰਗ ਕਰਦੇ ਨੇ ਕਿ ਆਪਣਾ ਫੋਨ ਦਿਖਾਓ, ਆਪਣਾ ਪਾਸਵਰਡ ਦਿਖਾਓ। ਉਹ ਫੇਥ ਜਾਂ ਵਿਸ਼ਵਾਸ ਨਹੀਂ ਕਰਦੇ ਆਪਣੇ ਪਾਰਟਨਰ ਦੇ ਉੱਤੇ, ਤੇ ਇਹ ਕਿਸੇ ਕਾਰਨ ਨਹੀਂ ਹੈ, ਇਹ ਬਿਕੋਜ਼ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਹਿੱਸਾ ਹੈ। ਲੇਕਿਨ ਦੂਜੇ ਇਨਸਾਨ ਨੂੰ ਸਮਝਣ ਲਈ ਬਹੁਤ ਦਿੱਕਤ ਹੁੰਦੀ ਹੈ। ਉਹਨੂੰ ਇਹ ਲੱਗਦਾ ਹੈ ਕਿ ਮੈਨੂੰ ਇੱਕ ਤਣਾਅ ਦੇ ਵਿੱਚ ਇਹ ਬੰਦਾ ਪਾ ਰਿਹਾ ਹੈ। ਤੇ ਕਈ ਪਰਸਨੈਲਿਟੀ ਐਂਟੀ ਸੋਸ਼ਲ ਹੁੰਦੇ ਨੇ। ਐਂਟੀ ਸੋਸ਼ਲ ਪਰਸਨੈਲਿਟੀ ਉਹ ਹੁੰਦੇ ਨੇ ਕਿ ਜਿਹੜੇ ਝੂਠ ਵੀ ਬੋਲਦੇ ਨੇ ਔਰ ਕੋਈ ਨॉर्म्स ਨਹੀਂ ਫੋਲੋ ਕਰਦੇ, ਐਪੈਥੈਟਿਕ ਹੁੰਦੇ ਨੇ, ਮਤਲਬ ਉਹਨਾਂ 'ਚ ਐਮਪੈਥੀ ਨਹੀਂ ਹੁੰਦੀ, ਕਿਸੇ ਨੂੰ ਸਮਝਣ ਲਈ ਉਹ ਭਾਵਨਾ ਨਹੀਂ ਹੁੰਦੀ। ਉਹਦੇ ਉੱਤੇ ਆਪਣਾ ਰੋਬ ਚਲਾਉਂਦੇ ਨੇ ਝੂਠ ਮੂਠ ਬੋਲ ਕੇ, ਜਾਂ ਕੋਈ ਈਵਨ ਉਹਨਾਂ ਦਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ, ਸ਼ਾਇਦ ਕੋਈ ਲੀਗਲ ਇਲੀਗਲ ਕੰਮਾਂ ਦੇ ਵਿੱਚ ਵੀ ਉਹ ਹੁੰਦੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਪਰਸਨੈਲਿਟੀ ਦੇ ਥੋੜੀਆਂ ਜਿਹੀਆਂ, ਕਿਉਂਕਿ ਟਾਈਮ ਦੀ ਸਕੇਰਸਿਟੀ ਦੇਖਦੇ ਹੋਏ, ਆ 3-4 ਤਰ੍ਹਾਂ ਦੀ ਪਰਸਨੈਲਿਟੀ ਟਾਈਪ ਨੇ ਜਿਹੜੇ ਕਿ ਇਹ ਚਾਹੇ ਬੰਦੇ ਹੋਣ ਜਾਂ ਔਰਤਾਂ ਹੋਣ, ਇਹਨਾਂ ਦੇ ਵਿੱਚ ਜੇ ਇਹ ਪਰਸਨੈਲਿਟੀ ਟਾਈਪ ਹੈਗੀ ਹੈ ਜਾਂ ਇਹਨਾਂ ਦੇ ਵਿੱਚ ਇਹ ਵਿਕਾਰ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਘਰੇਲੂ ਹਿੰਸਾ ਹੋਣ ਦਾ ਜ਼ਿਆਦਾ ਪ੍ਰੋਬੇਬਿਲਿਟੀ ਹੋ ਜਾਂਦੀ ਹੈ। ਸੋ ਮਤਲਬ ਇਹ ਜਦੋਂ ਸਾਡੇ ਸੁਭਾਅ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਫੈਮਿਲੀ ਮੈਂਬਰ ਦੇਖਦੇ ਨੇ, ਕਿਸੇ ਮੇਲ ਮੈਂਬਰ ਜਾਂ ਫੀਮੇਲ ਮੈਂਬਰ, ਤਾਂ ਉਹਨਾਂ ਨੂੰ ਆਪਸੀ ਗੱਲਬਾਤ ਰਾਹੀਂ ਜਾਂ ਕਿਸੇ ਕਾਉਂਸਲਰ ਦੀ ਮਦਦ ਦੇ ਨਾਲ ਇਹ ਡਿਸਕਸ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਉਹਨਾਂ ਦੀਆਂ ਪ੍ਰੋਬਲਮਸ, ਉਹ ਪਰਸਨੈਲਿਟੀ ਪ੍ਰੋਬਲਮ ਕਰਕੇ ਜਾਂ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਹੁੰਦਾ, ਉਸ ਗੱਲਾਂ ਕਰਕੇ ਜਿਹੜੀਆਂ ਉਹਨਾਂ ਦੇ ਘਰੇਲੂ ਸਮੱਸਿਆਵਾਂ ਨੇ ਉਹ ਇੰਨੀਆਂ ਉਲਝਦੀਆਂ ਜਾਂਦੀਆਂ ਕਿ ਉਹ ਫਿਜ਼ੀਕਲ ਵਾਇਲੈਂਸ ਤੱਕ ਪਹੁੰਚ ਜਾਂਦੀਆਂ। ਬਿਲਕੁਲ ਡਾਕਟਰ ਗੁਰਪ੍ਰੀਤ, ਇੱਥੇ ਇਹ ਹੈ ਕਿ ਸਾਡੇ ਸਿਸਟਮ ਦੇ ਵਿੱਚ ਹਜੇ ਵੀ ਜਿਹੜੀ ਸਾਈਕੋਲੋਜੀਕਲ ਨੀਡਸ ਨੇ ਜਾਂ ਸਾਈਕੋਲੋਜੀਕਲ ਸਪੋਰਟ ਸਿਸਟਮ ਹੈ, ਉਹ ਬਹੁਤ ਅੰਡਰ ਡਿਵੈਲਪਡ ਹੈ। ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਸ਼ਾਇਦ ਅਹਿਸਾਸ ਹੀ ਨਹੀਂ ਕਰਦੇ ਜਦੋਂ ਤੱਕ ਇੱਕ ਪ੍ਰੋਬਲਮ ਦੇ ਵਿੱਚ ਪੈ ਨਹੀਂ ਜਾਂਦੇ। ਕਿ ਬਹੁਤ, ਹੁਣ ਮੈਂ ਹਾਲ ਹੀ ਦੇ ਵਿੱਚ, ਮੈਨੂੰ ਮੇਰੇ ਕੋਈ ਨੋਨ ਨੇ, ਉਹਨਾਂ ਦੇ ਹਸਬੰਡ ਨੇ ਸੁਸਾਈਡ ਕਰ ਲਿਆ। ਸੋ ਉਹ ਕੀ ਸੀਗਾ ਕਿ, ਲੇਕਿਨ ਉਹ ਲੇਡੀ ਦੇ ਵਰਜ਼ਨ ਤੋਂ ਇਹ ਲੱਗਦਾ ਹੈ ਕਿ ਉਹਨੂੰ ਤੇ ਜਦੋਂ ਦੀ ਉਹ ਵਿਆਹੀ ਆਈ ਸੀ, ਸ਼ੀ ਵਾਸ ਗੋਇੰਗ ਥਰੂ ਦੈਟ ਕਾਈਂਡ, ਉਹ ਮਤਲਬ ਉਹਨੂੰ ਪਤਾ ਲੱਗ ਰਿਹਾ ਸੀਗਾ ਕਿ ਇਹ ਬਾਰਡਰਲਾਈਨ ਪਰਸਨੈਲਿਟੀ ਹੈ, ਕਿ ਮਤਲਬ ਇਹ ਕਿਤੇ ਨਾ ਕਿਤੇ ਇਹਦੇ ਚ ਕੋਈ ਨਾ ਕੋਈ ਕਮੀ ਹੈਗੀ ਹੈ, ਕਿ ਉਹ ਇੱਕ ਵੈਲ ਐਡਜਸਟਡ ਕਹਿ ਲੋ ਜਾਂ ਉਹਦੀ ਇੱਕ ਨਾਰਮਲ ਪਰਸਨੈਲਿਟੀ ਨਹੀਂ ਹੈ। ਲੇਕਿਨ ਉਹਦੇ ਇਨ-ਲॉज ਨੇ ਜਾਂ ਉਹਦੇ ਪੇਰੈਂਟਸ ਨੇ, ਕੁੜੀ ਦੇ ਵੀ ਪੇਰੈਂਟਸ ਨੇ ਮੰਨਣੋਂ ਇਨਕਾਰ ਕਰਤਾ ਕਿ ਇਹ ਪਰਸਨ ਨੂੰ ਅਸੀਂ ਸਾਈਕੋਲੋਜਿਸਟ ਜਾਂ ਹੀ ਸ਼ਾਟ ਹਿਮਸੈਲਫ, ਉਹਨੇ ਗੋਲੀ ਮਾਰ ਲਈ। ਸੋ ਇਹ ਕੀ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਜ਼ਰੂਰੀ ਹੈ ਕਿ ਚਾਹੇ ਉਹ ਆਪਾਂ ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ, ਉਹਨਾਂ ਨੂੰ ਜ਼ਰੂਰ ਹਾਈਲਾਈਟ ਕਰੀਏ, ਉਹਦੇ ਬਾਰੇ ਗੱਲਬਾਤ ਕਰੀਏ, ਉਹਨਾਂ ਨੂੰ ਇਗਨੋਰ ਨਾ ਕਰੀਏ। ਜ਼ਿੰਦਗੀ ਜਿਵੇਂ ਜਿਵੇਂ ਫਾਸਟ ਹੋ ਰਹੀ ਹੈ, ਇਹਦੀਆਂ ਸਮੱਸਿਆਵਾਂ ਰੂਪ ਬਦਲ ਰਹੀਆਂ ਨੇ, ਤੇ ਉਹਨਾਂ ਦੇ ਵਿੱਚੋਂ ਹੁਣ ਜਿਹੜੀਆਂ ਸਮੱਸਿਆਵਾਂ ਮਨੋਵਿਗਿਆਨਿਕ ਸਮੱਸਿਆਵਾਂ ਨੇ, ਜਿਨ੍ਹਾਂ ਨਾਲ ਸਾਨੂੰ ਸੁਸਾਇਟੀ ਨੂੰ ਦੱਸਣ ਦੀ ਵੀ ਲੋੜ ਹੈ ਕਿ ਇਹ ਮਨੋਵਿਗਿਆਨਿਕ ਸਮੱਸਿਆ, ਔਰ ਇਹਨਾਂ ਦੇ ਹੱਲ ਵੀ ਪਏ ਨੇ। ਇੱਕ ਡਾਕਟਰ ਨੰਨਾ ਮੈਮ, ਸਾਨੂੰ ਇਹ ਦੱਸੋ ਵੀ ਇਹਦੇ ਮੈਂਟਲ ਹੈਲਥ ਦਾ ਇਸ਼ੂ ਹੈ ਹੀ ਹੈ ਜਿਵੇਂ ਤੁਸੀਂ ਦੱਸਿਆ, ਇਸ ਤੋਂ ਇਲਾਵਾ ਇਹਦੇ ਹੋਰ ਵੀ ਕੋਈ ਹੱਲ ਤੁਸੀਂ ਸੁਝਾਅ ਕਰਦੇ ਹੋ ਜਿਹੜੇ ਬੰਦੇ ਆਪਣੇ ਆਪ ਆਪਣੀ ਜ਼ਿੰਦਗੀ ਵਿੱਚ ਉਹ ਗ੍ਰਹਿਣ ਕਰਨ? ਬਿਲਕੁਲ ਡਾਕਟਰ ਗੁਰਪ੍ਰੀਤ, ਪਹਿਲਾਂ ਤਾਂ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਪ੍ਰੀ ਮੈਰਿਟਲ ਕਾਉਂਸਲਿੰਗ ਜਿਹੜੇ ਹੈਗੇ ਨੇ, ਉਹ ਸੈਲਸ ਹੋਣੇ ਬਹੁਤ ਜ਼ਰੂਰੀ ਨੇ। ਇੱਕ ਰੈਗੂਲੇਟਡ ਕਾਉਂਸਲਿੰਗ, ਪ੍ਰੋਫੈਸ਼ਨਲ ਕਾਉਂਸਲਿੰਗ ਜਿਹੜੀ ਹੁੰਦੀ ਹੈ, ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ ਇਸ ਵੱਡੀ ਰਿਸਪੌਂਸਿਬਿਲਿਟੀ ਲੈਣ ਤੋਂ ਪਹਿਲਾਂ ਉਹਨਾਂ ਦੀ ਪ੍ਰੀਪੇਅਰਡ ਉਹਨਾਂ ਨੂੰ ਕਰਨਾ। ਕਿ ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਕੀ ਹੈ ਕਿ ਸਭ ਨੂੰ ਇਹ ਲੱਗਦਾ ਹੈ ਕਿ ਮੈਂ ਕੀ ਕਰਨਾ ਹੈ, ਰਿਸਪੌਂਸਿਬਿਲਿਟੀ ਵੱਲ ਨਹੀਂ ਝਾਤੀ ਮਾਰਦੇ, ਹਾਂਜੀ, ਆਪਣੀਆਂ ਡਿਊਟੀਆਂ ਵੱਲ ਨਹੀਂ ਝਾਤੀ ਮਾਰਦੇ। ਉਹ ਇਹ ਸੋਚਦੇ ਨੇ ਕਿ ਮੇਰੀਆਂ ਐਕਸਪੈਕਟੇਸ਼ਨਸ ਕੀ ਨੇ। ਸੋ ਇਹ ਇੱਕ ਬੈਲੈਂਸ ਕਰਨ ਲਈ ਕਿ ਰਿਸਪੌਂਸਿਬਿਲਿਟੀ ਔਰ ਐਕਸਪੈਕਟੇਸ਼ਨ ਕਿੰਨੀ ਕੁ ਹੋਣੀ ਚਾਹੀਦੀ ਹੈ ਤੁਹਾਨੂੰ, ਔਰ ਪਲੱਸ ਅੱਛੇ ਤਰੀਕੇ ਨਾਲ ਜਾਣਨਾ ਕਿ ਉਸ ਪਰਿਵਾਰ ਚ ਜਿੱਥੇ ਮੈਂ ਜਾ ਰਹੀ ਹਾਂ ਜਾਂ ਜਿਸ ਵੀ ਬੰਦੇ ਦੇ ਨਾਲ ਮੈਂ ਰਹਿਣਾ ਹੈ, ਕਿ ਉਹਦੇ ਪਰਸਨੈਲਿਟੀ ਟ੍ਰੇਟਸ ਮੇਰੇ ਨਾਲ ਕਿੰਨੇ ਕੁ ਮਿਲਦੇ ਨੇ, ਮੇਰੀਆਂ ਜਿਹੜੇ ਰੁਚੀਆਂ ਨੇ ਉਹ ਸਮਝ ਸਕਦਾ ਹੈ, ਮੈਨੂੰ ਸਮਝ ਸਕਦਾ ਹੈ। ਕਮਿਊਨੀਕੇਸ਼ਨ ਉਹਨਾਂ ਦੇ ਵਿੱਚ ਹੋਣੀ, ਗੱਲਬਾਤ ਹੋਣੀ, ਇਹ ਬਹੁਤ ਹੀ ਜ਼ਰੂਰੀ ਹੈ। ਤੇ ਸੈਕਿੰਡ ਜਿਹੜਾ ਇੱਕ ਤੇ ਹੋ ਗਿਆ ਕਿ ਕਾਉਂਸਲਿੰਗ ਸਰਵਿਸਿਜ਼ ਹੋਣੀਆਂ ਜ਼ਰੂਰੀ ਨੇ, ਔਰ ਦੂਜਾ ਇਹ ਹੈਗਾ ਕਿ ਕਾਲਜਸ ਦੇ ਵਿੱਚ ਵੀ ਔਰ ਸਕੂਲਸ ਦੇ ਵਿੱਚ ਵੀ ਬੱਚਿਆਂ ਨੂੰ ਲਾਈਫ ਸਕਿੱਲ ਐਜੂਕੇਸ਼ਨ ਟ੍ਰੇਨਿੰਗ ਦੇ ਨਾਲ ਇਹ ਜ਼ਰੂਰ ਦੱਸਿਆ ਜਾਵੇ ਕਿ ਜਿਹੜਾ ਸਟ੍ਰੈਸ ਹੈਗਾ ਜਾਂ ਜਿਹੜੀ ਇੱਕ ਐਡਵਰਸਿਟੀ ਜਿਵੇਂ ਆ ਜਾਂਦੀ ਹੈ,
क्योंकि ਵਿਆਹ मतलब सिर्फ एक ਉਹ ਰੋਜ਼ੀ ਪਿਕਚਰ ਨਹੀਂ ਹੈ ਕਿ ਹਾਂ ਜੀ ਸਭ ਕੁਝ ਵਧੀਆ ਹੀ ਹੋਣਾ ਹੈ। ਸੋ ਉਹ ਕਿਤੇ ਨਾ ਕਿਤੇ ਸਾਨੂੰ ਆਪਣੀ ਪੈਰੈਂਟਿੰਗ ਆਪਣੀ ਐਜੂਕੇਸ਼ਨ ਦੇ ਨਾਲ ਬੱਚਿਆਂ ਨੂੰ ਦੇਣਾ ਪਏਗਾ ਕਿ ਇਸ ਤਰ੍ਹਾਂ ਦੇ ਚੈਲੰਜਸ ਲਾਈਫ ਸਿਚੁਏਸ਼ਨਸ, ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ, ਕੋਈ ਦੇਖੋ ਕੋਵਿਡ ਦੇ ਦੌਰਾਨ ਹੀ ਆ ਗਿਆ ਕਿ ਸਪੇਸ ਹੀ ਘਟ ਗਈ, ਇੱਕੋ ਸਪੇਸ 'ਚ ਰਹਿਣ ਕਰਕੇ ਝਗੜੇ ਵਧੇ ਜਾਂ ਰਿਸਪੌਂਸਿਬਿਲਿਟੀਜ਼ ਇਹ ਹੋ ਗਈਆਂ ਕਿ ਸਿਰਫ ਔਰਤ ਹੀ ਘਰ ਦਾ ਵੀ ਕੰਮ ਕਰੇ ਤੇ ਆਫਿਸ ਦੇ ਵਿੱਚ ਵੀ ਆਪਣਾ ਕੰਮ ਕਰ ਰਹੀ ਹੈ ਡੈਸਕਟਾਪ ਦੇ ਉੱਤੇ। ਸੋ ਉਹ ਚੀਜ਼ ਨੂੰ ਕਿਵੇਂ ਇਹੋ ਜਿਹੀਆਂ ਸਿਚੁਏਸ਼ਨਸ ਨੂੰ ਤੁਸੀਂ ਸਮਝ ਕੇ ਦੋਵੇਂ ਪੱਖਾਂ ਤੋਂ ਆਪਣੇ ਆਪਣੇ ਰੋਲ ਨਿਭਾਉਣੇ ਨੇ, ਇਹ ਬਾਖੂਬੀ ਇਨਸਾਨ ਨੂੰ ਆਉਣੇ ਚਾਹੀਦੇ ਨੇ। ਤੇ ਬੰਦਿਆਂ ਨੂੰ ਵੀ ਮੈਨੂੰ ਲੱਗਦਾ ਕਿ ਪੈਰੈਂਟਿੰਗ ਦੇ ਤੌਰ ਦੇ ਉੱਤੇ ਤੁਸੀਂ ਇੱਕ ਜੈਂਡਰ ਨਿਊਟਰਲ ਕਾਈਂਡ ਆਫ ਪੈਰੈਂਟਿੰਗ ਦਿਓ। ਇਹ ਨਹੀਂ ਕਿ ਇਹ ਮੁੰਡਾ ਹੈ ਤੇ ਇਹਨੂੰ ਇਸ ਤਰ੍ਹਾਂ ਦੀ ਪੈਰੈਂਟਿੰਗ, ਲੜਕੀ ਨੂੰ ਵੱਖਰੇ ਹਾਂ ਕਿ ਉਹਨੂੰ ਵੀ ਖਾਣਾ ਬਣਾਉਣਾ ਸਿਖਾਓ। ਇਹ ਇੱਕ ਲਾਈਫ ਸਕਿੱਲ ਐਜੂਕੇਸ਼ਨ ਹੈ ਕਿ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ। ਜੇ ਕੁੜੀਆਂ ਬਾਹਰ ਜਾ ਕੇ ਹੁਣ ਕੰਮ ਕਰਨ ਲੱਗੀਆਂ ਨੇ, ਜੌਬ ਕਰ ਰਹੀਆਂ ਨੇ, ਤੇ ਉਹਨਾਂ ਦੇ ਵੀ ਫਰਜ਼ ਬਣਦਾ ਹੈ ਕਿ ਉਹ ਵੀ ਥੋੜਾ ਜਿਹਾ ਉਹ ਵਾਲਾ ਕੰਮ ਸਿੱਖਣ ਜਿਹਦੇ ਨਾਲ ਇੱਕ ਬੈਲੈਂਸ ਮੇਨਟੇਨ ਹੋ ਸਕੇ। ਖਾਸ ਕਰਕੇ ਜਦੋਂ ਸਾਡੇ ਰੁਝਾਨ ਹੁਣ ਬਾਹਰ ਜਾਣ ਦਾ, +2 ਪਾਸ ਕਰਕੇ ਬੱਚੇ ਬਾਹਰ ਜਾ ਰਹੇ ਨੇ, ਤਾਂ ਉੱਥੇ ਜੇਕਰ ਦੋਨੋਂ ਹੀ ਮੇਲ ਫੀਮੇਲ ਦੋਨੋਂ ਹੀ ਖਾਸ ਕਰਕੇ ਜਿਹੜੇ ਆ ਖਾਣਾ ਬਣਾਉਣ ਚ ਤਾਂ ਉਹਨਾਂ ਨੂੰ ਵੀ ਅੱਗੇ ਮਦਦ ਮਿਲੇਗੀ। ਔਰ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਹੁਣ ਪੇਰੈਂਟਸ ਵੀ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਗਲਤੀ ਕਰ ਦਿੰਦੇ ਨੇ, ਮੈਂ ਵੱਧ ਪੈਸੇ ਲਗਾ ਕੇ ਤੈਨੂੰ ਉਸ ਘਰ ਵਿਆਹਾਂ, ਉਹਦੇ ਨਾਲ ਲੜਕੀਆਂ ਦੀ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ। ਲੜਕੇ ਵਾਲਿਆਂ ਨੂੰ ਇਹ ਲੱਗਦਾ ਵੀ ਸਾਡਾ ਬੱਚਾ ਤਾਂ ਵੈਲ ਸੈਟਲਡ ਹੈ ਤੇ ਇਹਨੂੰ ਤਾਂ ਹੁਣ ਮਤਲਬ ਉਹ ਲੜਕੀ ਜਿਹੜੀ ਮਿਲਣੀ ਆ ਉਹ ਵੀ ਮਤਲਬ ਮਾਤਾ ਵਾਂਗੂ ਉਹਦੇ 12 ਹੱਥ ਹੋਣਗੇ ਔਰ ਹਰ ਕੰਮ 'ਚ ਨਿਪੁੰਨ ਹੋਏਗੀ। ਤਾਂ ਇਸ ਤਰ੍ਹਾਂ ਦੀ ਜਿਹੜਾ ਬੈਲੈਂਸ ਆ ਉਹਦੇ ਲਈ ਪਰਿਵਾਰ ਵੀ ਆਪਸ 'ਚ ਗੱਲਾਂ ਕਰਨ ਔਰ ਸਰਕਾਰ ਵੱਲੋਂ ਉਹਨਾਂ ਦੇ ਕਾਉਂਸਲਿੰਗ ਸੈਂਟਰ ਵੀ ਹੋਣੇ ਚਾਹੀਦੇ ਨੇ ਜਿੱਥੇ ਉਹ ਪਹਿਲਾਂ ਇੱਕ ਦੂਜੇ ਨਾਲ, ਕਿਉਂਕਿ ਸਰਕਾਰ ਨੇ ਜਿਵੇਂ ਵਨ ਸਟਾਪ ਸਖੀ ਸੈਂਟਰ ਖੋਲੇ ਨੇ ਕਿ ਜੇ ਕੋਈ ਡੋਮੈਸਟਿਕ ਵਾਇਲੈਂਸ ਦੇ ਅਧੀਨ ਆਉਂਦੀ ਹੈ ਕੁੜੀ ਤੇ ਵਨ ਸਟਾਪ ਸਖੀ ਸੈਂਟਰ ਪੂਰੇ ਪੰਜਾਬ 'ਚ ਵੀ ਨੇ ਕਿ ਤੁਸੀਂ ਉੱਥੇ ਕਰਦੇ ਹੋ, ਤੁਹਾਡੀ ਕਾਉਂਸਲਿੰਗ ਵੀ ਹੁੰਦੀ ਹੈ, ਦੂਜੀ ਫੈਮਿਲੀ ਨੂੰ ਵੀ ਬੁਲਾ ਕੇ ਸਮਝਾਇਆ ਜਾਂਦਾ ਹੈ। ਇਹ ਤੇ ਚੱਲ ਰਿਹਾ ਹੈ। ਪਲੱਸ ਤੁਹਾਨੂੰ ਪਤਾ ਹੈ ਕਿ NCW ਨੈਸ਼ਨਲ ਕਮਿਸ਼ਨ ਫॉर ਵੂਮਨ ਪੰਜਾਬ ਦੀ ਵੀ ਬਹੁਤ ਐਕਟਿਵ ਹੈ, ਦਿੱਲੀ ਦੀ ਵੀ ਐਕਟਿਵ ਹੈ, ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਹੀ ਹੈ। ਤੇ ਹੋਰ ਵੀ ਹੈਲਪਲਾਈਨ ਨੰਬਰਸ ਨੇ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਨੂੰ ਕਰਦੇ ਨੇ ਕੰਟਰੋਲ। ਤੇ ਇੱਕ ਛੋਟੀ ਜੀ ਐਡ ਇੱਕ ਆਈ ਸੀਗੀ ਜਿਹੜੀ ਮੈਨੂੰ ਬਹੁਤ ਅੱਛੀ ਵੀ ਲੱਗੀ ਕਿ ਤੁਸੀਂ ਕਿਸੇ ਦੇ ਵੀਡੀਓ ਬਣਾਉਣੇ ਨੇ, ਵਾਇਰਲ ਕਰਨੇ ਨੇ, ਇਹ ਗਲਤ ਹੈ। ਤੁਸੀਂ ਜੇ ਕਿਸੇ ਦੀ ਹੈਲਪ ਹੀ ਕਰਨੀ ਹੈ ਨਾ, ਜੇ ਤੁਹਾਨੂੰ ਲੱਗ ਰਿਹਾ ਕਿ ਕਿਤੇ ਬਹੁਤ ਖੜਕਾ ਹੋ ਰਿਹਾ ਘਰ ਦੇ ਵਿੱਚ, ਕੋਈ ਵਾਇਲੈਂਸ ਦਾ ਹੈਗਾ, ਤੇ ਉਹਦੇ ਵਿੱਚ ਐਡ ਚ ਸੀਗਾ ਕਿ ਤੁਸੀਂ ਸਿਰਫ ਘੰਟੀ ਵਜਾ ਦਿਓ ਕਿ ਜਸਟ ਦਰਵਾਜ਼ੇ ਦੀ ਘੰਟੀ ਦਾ ਧਿਆਨ ਆਵੇ ਤੇ ਹਾਂਜੀ ਤੁਹਾਨੂੰ ਪੌਜ਼ ਮਿਲੇ, ਆਪਣੇ ਪੌਜ਼ ਮਿਲੇ। ਹਾਂਜੀ, ਸੋ ਇਹ ਛੋਟੇ ਛੋਟੇ ਜਿਹੜੇ ਹੈਗੇ ਨੇ ਉਪਰਾਲੇ ਜਿਹੜੇ ਕਿ ਅਸੀਂ ਸਾਰੇ ਕਲੈਕਟਿਵਲੀ ਜੇ ਕਰੀਏ, ਪੇਰੈਂਟਸ ਘੱਟ ਇੰਟਰਫੇਅਰ ਕਰਨ। ਬਹੁਤ ਜ਼ਿਆਦਾ ਡਾਕਟਰ ਗੁਰਪ੍ਰੀਤ ਅੱਜਕੱਲ ਜਿਹੜੇ ਘਰੇਲੂ ਹਿੰਸਾ ਦੇ ਮਸਲੇ ਆ ਰਹੇ ਨੇ ਔਰ ਉਹਨਾਂ ਦਾ ਜਦੋਂ ਕਾਰਨ ਪਤਾ ਲੱਗਦਾ ਹੈ ਤੇ ਉਹ ਕਿਤੇ ਨਾ ਕਿਤੇ ਇਹ ਪਤਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇੰਟਰਫੇਰੈਂਸ ਰਹੀ ਹੈ ਜਾਂ ਕੁੜੀ ਦੇ ਪਰਿਵਾਰ ਦੀ ਤੇ ਜਾਂ ਮੁੰਡੇ ਦੇ ਪਰਿਵਾਰ ਦੀ। ਸੋ ਬੱਚਿਆਂ ਨੂੰ ਥੋੜੀ ਦੇਰ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਲਈ ਜ਼ਰੂਰ ਉਹਨਾਂ ਨੂੰ ਵਕਤ ਦੇਣਾ ਚਾਹੀਦਾ ਹੈ ਤੇ ਹਰ ਗੱਲ ਦੇ ਉੱਤੇ ਬੱਚਿਆਂ ਨੂੰ ਡਾਇਰੈਕਸ਼ਨ ਦੇਣਾ ਕਿ ਤੂੰ ਆ ਬਣਾਈ, ਤੂੰ ਆ ਨਾ ਕਰੀ। ਛੋਟੀਆਂ ਛੋਟੀਆਂ ਗੱਲਾਂ ਜਿਵੇਂ ਸਾਨੂੰ ਟੈਕਨੋਲੋਜੀ ਨੇ ਬਹੁਤ ਇੱਕ ਦੂਜੇ ਦੇ ਕਰੀਬ ਕਰਤਾ, ਪਰ ਇਹਦੇ ਕੋਈ ਨਾ ਕੋਈ ਨੁਕਸਾਨ ਵੀ ਹੈਗੇ ਵੀ ਕੀਤਾ ਕਰੀਬ। ਠੀਕ ਹੈ ਜੀ ਨੈਨਾ ਮੈਮ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ।